ਵੀ ਵਰ ਐਟ ਕੀ ਆਪਾਂ ਪੜ੍ਹ ਰਹੇ ਸੀਗੇ NFSA ਨੈਸ਼ਨਲ ਫੂਡ ਸਿਕਿਉਰਿਟੀ ਐਕਟ 2013, ਠੀਕ ਹੈ। ਤੇ ਪਾਰਲੀਮੈਂਟ ਦਾ ਐਕਟ ਸੀਗਾ ਇਹ। ਇਹਦੇ ਵਿੱਚ ਕੀ ਸੀਗਾ ਕਿ ਗਵਰਨਮੈਂਟ ਨੇ ਕੀ ਕੀਤਾ ਸੀਗਾ ਕਿ ਹਰ ਇੱਕ ਨੂੰ ਸਬਸਿਡਾਈਜ਼ਡ ਫੂਡ ਗ੍ਰੇਨਸ ਪ੍ਰੋਵਾਈਡ ਕਰਵਾਉਣਾ, ਯਾਨੀ ਕਿ ਕਮ ਸੇ ਕਮ ਇੰਡੀਆ ਦੀ 2/3 ਜਿਹੜੀ ਪੋਪੂਲੇਸ਼ਨ ਸੀਗੀ ਉਹਦੇ ਵਿੱਚੋਂ ਯਾਨੀ ਕਿ 75% ਜਿਹੜਾ ਸੀਗਾ ਉਹ ਰੂਰਲ ਏਰੀਆਜ਼ ਦੇ ਲੋਕਾਂ ਨੂੰ ਮੀਨਸ ਕਿ ਫੂਡ ਪ੍ਰੋਵਾਈਡ ਕਰਵਾਇਆ ਗਿਆ, ਠੀਕ ਹੈ। ਸਬਸਿਡਾਈਜ਼ ਮਤਲਬ ਸਸਤੇ, ਮੀਨਸ ਕਿ ਸਸਤੀ ਜਿਹੜੀ ਸੀਗੀ, ਠੀਕ ਹੈ, ਫੂਡ ਗ੍ਰੇਨਸ। ਤੇ 50% ਅਰਬਨ ਏਰੀਆਜ਼ ਦੇ ਵਿੱਚ, ਸ਼ਹਿਰੀ ਪਿੰਡਾਂ ਦੇ ਵਿੱਚ। ਨਾਓ ਆ ਜਾਓ ਮੇਨ, ਹੁਣ ਜਿੱਥੋਂ ਤੁਹਾਨੂੰ ਮੇਨ ਚੀਜ਼ਾਂ ਕਲੀਅਰ ਹੋਣੀਆਂ ਸ਼ੁਰੂ ਹੋਣਗੀਆਂ ਕਿ ਆਪਾਂ ਸਾਰਾ ਕੁਝ ਪੜ੍ਹ ਕਿਉਂ ਰਹੇ ਹਾਂ ਫੂਡ ਸਿਕਿਉਰਿਟੀ ਬਾਰੇ, ਹੈ ਨਾ। ਤੋ ਆ ਗਿਆ ਹੁਣ ਫੂਡ ਸਿਕਿਉਰਿਟੀ ਇਨ ਇੰਡੀਆ। ਇੰਡੀਆ ਦੇ ਵਿੱਚ ਇਹਦਾ ਕੀ ਹੈ, ਹੁਣ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਏਗਾ ਇਹ ਕੰਸੈਪਟ। India became self-sufficient in food grains during the last 30 years due to the variety of crops grown all over the country, ਠੀਕ ਹੈ। ਹੁਣ ਆਪਣੀ ਕੰਟਰੀ ਦੇ ਵਿੱਚ ਫੂਡ ਸਿਕਿਉਰਿਟੀ ਕਿੱਦਾਂ ਆ ਗਈ ਪਿਛਲੇ 30 ਸਾਲਾਂ ਤੋਂ, ਕਿਉਂਕਿ ਆਪਣੀ ਕੰਟਰੀ ਦੇ ਵਿੱਚ ਹੁਣ ਬਹੁਤ ਜ਼ਿਆਦਾ ਮੀਨਸ ਕਿ ਫੂਡ ਗ੍ਰੇਨਸ ਦੀ ਅਵੇਲੇਬਿਲਿਟੀ ਹੋ ਗਈ। ਕਿੱਦਾਂ ਹੋਈ ਆਪਾਂ ਪਹਿਲਾਂ ਵੀ ਪੜ੍ਹ ਕੇ ਹਟੇ ਆ 1968 ਦੇ ਵਿੱਚ ਗ੍ਰੀਨ ਰੈਵੋਲਿਊਸ਼ਨ ਆਉਣ ਤੋਂ ਬਾਅਦ, ਠੀਕ ਹੈ। ਇੰਡੀਆ ਦੀ ਜਿਹੜੀ ਐਗਰੀਕਲਚਰ ਸਿਸਟਮ ਉਹ ਚੇਂਜ ਹੋਇਆ, ਅੱਛੇ ਵੈਰਾਈਟੀ ਦੇ ਆਪਾਂ ਸੀਡਸ ਯੂਜ਼ ਕੀਤੇ, ਠੀਕ ਹੈ। ਪਹਿਲਾਂ ਜਿੱਦਾਂ ਸੋਕਾ ਪੈ ਜਾਂਦਾ ਸੀਗਾ, ਐਜ਼ ਹੱਲੇ ਵੀ ਇੰਡੀਆ ਦੇ ਵਿੱਚ ਦੇਖੋ ਐਗਰੀਕਲਚਰਲ ਜਿਹੜੀ ਸਟੇਟ ਹੈਗੀ ਹੈ ਇਹ ਮੌਨਸੂਨ 'ਤੇ ਡਿਪੈਂਡ ਆ। ਬਹੁਤ ਸਾਰੀਆਂ ਸਟੇਟਸ ਜਿਹੜੀਆਂ ਹੈਗੀਆਂ ਵਾ, ਤਾਂ ਉਸ ਵਜ੍ਹਾ ਦੇ ਨਾਲ ਕੀ ਹੁੰਦਾ ਸੀਗਾ ਕਿ ਮੌਨਸੂਨ ਨਹੀਂ ਆਉਂਦਾ ਸੀਗਾ ਤਾਂ ਫਿਰ ਸੋਕਾ ਪੈ ਜਾਣਾ, ਫਿਰ ਫਸਲਾਂ ਨਹੀਂ ਹੁੰਦੀਆਂ ਸੀਗੀਆਂ, ਠੀਕ ਹੈ। ਤਾਂ ਉਹਦੀ ਵਜ੍ਹਾ ਨਾਲ ਜਿਹੜੀ ਫੂਡ ਦੀ ਅਵੇਲੇਬਿਲਿਟੀ ਘੱਟ ਜਾਂਦੀ ਸੀ। 1968 ਤੋਂ ਬਾਅਦ ਜਦੋਂ ਗ੍ਰੀਨ ਰੈਵੋਲਿਊਸ਼ਨ ਹੋ ਗਿਆ, ਸਿੰਚਾਈ ਦੇ ਅੱਛੇ ਸਾਧਨ ਆ ਗਏ, ਟਿਊਬਵੈਲਸ ਆ ਗਏ, ਨਹਿਰਾਂ ਖੁਦਵਾ ਦਿੱਤੀਆਂ ਗਈਆਂ, ਤਾਂ ਉਹਦੇ ਨਾਲ ਆਪਾਂ ਮੌਨਸੂਨ 'ਤੇ ਡਿਪੈਂਡ ਨਹੀਂ ਰਹੇ। ਤਾਂ ਜਿਹੜੇ ਫਿਰ ਐਗਰੀਕਲਚਰ ਪ੍ਰੋਡਕਟ ਸੀਗੇ ਉਹ ਆਪਾਂ ਨੂੰ ਆਲ ਓਵਰ ਦਾ ਈਅਰ ਮੀਨਸ ਕਿ ਮਿਲ ਜਾਂਦੇ ਸੀਗੇ, ਠੀਕ ਹੈ। ਤਾਂ ਇਹ ਦੇਖੋ ਮਿਲੀਅਨ ਟਨਸ ਦੇ ਵਿੱਚ ਕਿੱਦਾਂ ਇੰਪਰੂਵਮੈਂਟ ਹੋਈ ਆ ਫੂਡ। ਇਹ ਜਿਹੜਾ ਮੂਹਰੇ ਤੁਹਾਡੇ ਡਾਟਾ ਦਿਖਾਇਆ ਜਾ ਰਿਹਾ ਵਾ, ਜਿਹੜਾ ਬਾਰ ਗ੍ਰਾਫ ਹੈਗਾ ਵਾ, ਇਹਦੇ ਵਿੱਚ ਹੁਣ ਆਪਾਂ ਦੇਖਦੇ ਹਾਂ ਕਿ ਓਵਰ ਦਾ ਟਾਈਮਸ ਕਿੱਦਾਂ ਇੱਥੇ ਤੱਕ ਪਹੁੰਚਦੇ ਇੰਡੀਆ ਦੇ ਵਿੱਚ ਗ੍ਰੀਨ ਐਗਰੀਕਲਚਰ ਆਉਣ ਤੋਂ ਬਾਅਦ, ਗ੍ਰੀਨ ਰੈਵੋਲਿਊਸ਼ਨ ਆਉਣ ਤੋਂ ਬਾਅਦ ਦੇਖੋ ਕਿੱਦਾਂ ਫੂਡ ਗ੍ਰੇਨਸ ਦੀ ਅਵੇਲੇਬਿਲਿਟੀ ਵੱਧ ਗਈ। 61 'ਚ ਦੇਖੀਏ ਤਾਂ ਸਿਰਫ ਔਰ ਸਿਰਫ 82 ਮਿਲੀਅਨ ਟਨਸ ਫੂਡ ਗ੍ਰੇਨਸ ਅਵੇਲੇਬਲ ਹੁੰਦੀਆਂ ਸੀ। ਅਗਰ ਤੁਸੀਂ ਬਾਰ ਗ੍ਰਾਫਸ ਨੂੰ ਦੇਖੋ ਤਾਂ ਇਹ ਹੌਲੀ ਹੌਲੀ ਵੱਧ ਹੀ ਰਿਹਾ। ਹਾਂ 2002-3 ਦੇ ਵਿੱਚ ਆ ਕੇ ਥੋੜ੍ਹੀ ਜਿਹੀ ਪ੍ਰੋਡਕਸ਼ਨ ਘਟੀ ਸੀਗੀ, ਠੀਕ ਹੈ। ਉਸ ਤੋਂ ਬਾਅਦ ਫਿਰ ਦੁਬਾਰਾ ਕੰਟੀਨਿਊ ਮੀਨਸ ਕਿ ਫੂਡ ਗ੍ਰੇਨਸ ਦੀ ਅਵੇਲੇਬਿਲਿਟੀ ਆਪਣੀ ਕੰਟਰੀ 'ਚ ਵੱਧ ਗਈ। 16-17 ਦੇ ਵਿੱਚ 273.38 ਮਿਲੀਅਨ ਟਨ ਜਿਹੜੀ ਸੀਗੀ ਐਗਰੀਕਲਚਰਲ ਪ੍ਰੋਡਿਊਸ ਸੀਗਾ ਆਪਣੀ ਕੰਟਰੀ ਦੇ ਵਿੱਚ, ਠੀਕ ਹੈ। ਸੋ ਆਈ ਹੋਪ ਇਹ ਬਾਰ ਗ੍ਰਾਫ ਵੀ ਤੁਹਾਨੂੰ ਸਮਝ ਲੱਗ ਗਿਆ ਹੋਵੇ ਇਹਦਾ ਮੀਨਿੰਗ ਕੀ ਹੈ ਕਿ ਕਿੱਦਾਂ ਮੀਨਸ ਕਿ ਓਵਰ ਦਾ ਟਾਈਮ ਜਿਹੜੀ ਸਾਡੀ ਕੰਟਰੀ ਦੇ ਵਿੱਚ ਗ੍ਰੀਨ ਰੈਵੋਲਿਊਸ਼ਨ ਆਉਣ ਤੋਂ ਬਾਅਦ ਐਗਰੀਕਲਚਰਲ ਪ੍ਰੋਡਕਟਸ ਜਿਹੜਾ ਹੈਗਾ ਫੂਡ ਗ੍ਰੇਨਸ ਆ ਇਹਨਾਂ ਦੀ ਅਵੇਲੇਬਿਲਿਟੀ ਵੱਧ ਗਈ, ਠੀਕ ਹੈ। ਹੁਣ ਨੈਕਸਟ ਚੱਲਦੇ ਹਾਂ। ਹਾਂਜੀ ਨੈਕਸਟ ਇਜ਼ ਦ ਸਿਸਟਮ ਹੈਜ਼ 2 ਕੰਪੋਨੈਂਟਸ। ਹੁਣ ਦੇਖੋ ਜਿਹੜੀ ਫੂਡ ਸਿਕਿਉਰਿਟੀ ਜਿਹੜੀ ਇੰਡੀਆ ਦੇ ਵਿੱਚ ਹੈਗੀ ਆ, ਠੀਕ ਹੈ, ਕਿ ਜਿੱਦਾਂ ਕਿੱਦਾਂ ਮੀਨਸ ਕਿ ਹੁਣ ਫੂਡ ਗ੍ਰੇਨਸ ਆ ਗਏ ਆ ਸਾਡੇ, ਇਨਫ ਐਗਰੀਕਲਚਰਲ ਪ੍ਰੋਡਕਟਸ ਆ ਗਏ ਆ, ਠੀਕ ਆ, ਵੀਟ ਗ੍ਰੇਨਸ ਸਬਜ਼ੀਆਂ ਹਰੇਕ ਤਰ੍ਹਾਂ ਦੀ ਚੀਜ਼ਾਂ ਅਵੇਲੇਬਲ ਆ। ਹੁਣ ਗੌਰਮੈਂਟ ਕਿੱਦਾਂ ਲੋਕਾਂ ਤੱਕ ਇਹ ਸਾਰੇ ਮੀਨਸ ਕਿ ਖਾਣੇ ਨੂੰ ਗਰੀਬ ਤੋਂ ਗਰੀਬ ਅਮੀਰ ਤੋਂ ਅਮੀਰ ਲੋਕਾਂ ਤੱਕ ਕਿੱਦਾਂ ਪਹੁੰਚਾਉਂਦੀ ਆ। ਤਾਂ ਗੌਰਮੈਂਟ ਨੇ ਕੀ ਕੀਤਾ ਵਾ ਕਿ ਮੇਨ ਤਾਂ ਦੇਖੋ ਫੂਡ ਸਿਕਿਉਰਿਟੀ ਤਾਂ ਹੀ ਲੈ ਕੇ ਆਉਂਦੀ ਹੈ ਗਰੀਬ ਲੋਕਾਂ ਦੇ ਲਈ ਜਿਹੜੇ ਅਫੋਰਡ ਨਹੀਂ ਕਰ ਸਕਦੇ ਆ, ਠੀਕ ਹੈ। ਉਹਨਾਂ ਜਾਂ ਫਿਰ ਜਿਨ੍ਹਾਂ ਤੱਕ ਪਹੁੰਚ ਨਹੀਂ ਹੈਗੀ ਖਾਣੇ ਦੀ, ਉਹ ਕਿੱਦਾਂ ਮੀਨਸ ਕਿ ਅਵੇਲੇਬਲ ਕਰਵਾ ਸਕਦੀ। ਗੌਰਮੈਂਟ ਨੇ ਇਹਦੇ ਲਈ 2 ਕੰਪੋਨੈਂਟਸ ਦੇ ਵਿੱਚ, ਠੀਕ ਹੈ, ਯਾਨੀ ਕਿ 2 ਤਰੀਕਿਆਂ ਦੇ ਨਾਲ ਕਰਦੀ ਹੈ। ਇੱਕ ਤਾਂ ਹੈਗਾ ਬਫਰ ਸਟਾਕ, ਸੈਕਿੰਡ ਇਜ਼ PDS ਯਾਨੀ ਕਿ ਪਬਲਿਕ ਡਿਸਟਰੀਬਿਊਸ਼ਨ ਸਿਸਟਮ। ਤਾਂ ਸਭ ਤੋਂ ਪਹਿਲਾਂ ਆ ਗਿਆ ਬਫਰ ਸਟਾਕ, ਠੀਕ ਹੈ। ਬਫਰ ਸਟਾਕ ਕੀ ਹੁੰਦਾ? ਸਟਾਕ ਆਫ ਫੂਡ ਗ੍ਰੇਨਸ ਮੇਨਲੀ, ਠੀਕ ਹੈ, ਜਿੱਦਾਂ ਹੋ ਗਿਆ ਨੇਮਲੀ ਵੀਟ ਐਂਡ ਰਾਈਸ ਪ੍ਰੋਕਿਊਰਡ ਦਾ ਮਤਲਬ ਕੀ ਹੁੰਦਾ ਵਾ? ਖਰੀਦ ਲੈਣਾ, ਬਾਏ ਕਰ ਲੈਣਾ, ਠੀਕ ਹੈ, ਬਾਏ ਦਾ ਗਵਰਨਮੈਂਟ ਥਰੂ ਦਾ FCI ਕੀ ਹੈ? ਫੂਡ ਕਾਰਪੋਰੇਸ਼ਨ ਆਫ ਇੰਡੀਆ। ਜਿਹੜੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਜਿਹੜੀ ਹੈਗੀ ਆ ਇਹ ਗਵਰਨਮੈਂਟ ਦੀ ਜਿਹੜੀ ਹੈਗੀ ਆ ਮੇਨ ਬ੍ਰਾਂਚ ਹੈਗੀ ਆ, ਠੀਕ ਹੈ। ਇਹ ਕੀ ਕਰਦੇ ਆ ਕਿ ਜਿਹੜਾ ਐਕਸਟਰਾ ਜਿਹੜਾ ਸਰਪਲਸ ਪ੍ਰੋਡਕਸ਼ਨ ਹੁੰਦੀ ਆ, ਠੀਕ ਹੈ, ਵੀਟ ਤੇ ਰਾਈਸ ਦੀ, ਇਹ ਖਰੀਦ ਲੈਂਦੇ ਆ, ਠੀਕ ਹੈ। ਤੇ ਉਹ ਖਰੀਦਦੇ ਕਦੋਂ ਨੇ? ਅੱਗੇ ਡਿਟੇਲ 'ਚ ਆਪਾਂ ਦੇਖਦੇ ਹਾਂ, ਠੀਕ ਹੈ।
ਇੱਥੇ ਇੱਕ ਵਰਡ ਆ ਗਿਆ MSP, ਠੀਕ ਹੈ। ਜਿਹੜੀ ਗੌਰਮੈਂਟ ਹੁੰਦੀ ਆ FCI ਦੇ ਥਰੂ ਜਿਹੜੇ ਸਰਪਲਸ ਵੀਟ ਤੇ ਰਾਈਸ ਕੰਟਰੀ ਦੇ ਵਿੱਚ ਪ੍ਰੋਡਿਊਸ ਹੁੰਦੇ ਆ ਖਰੀਦ ਲੈਂਦੀ ਆ। ਤਾਂ ਖਰੀਦਦੀ ਕਿੱਦਾਂ ਵਾ? MSP ਤੇ। MSP ਦਾ ਮਤਲਬ ਕੀ ਹੁੰਦਾ ਹੈ? ਆਈ ਥਿੰਕ ਮੈਕਸੀਮਮ ਬੱਚਿਆਂ ਨੂੰ ਪਤਾ ਵੀ ਹੋਣਾ ਵਾ MSP ਮਤਲਬ ਮਿਨੀਮਮ ਸਪੋਰਟ ਪ੍ਰਾਈਸ, ਠੀਕ ਹੈ। ਹੁਣ ਇਹ ਹੁੰਦਾ ਕੀ ਹੈ ਮਿਨੀਮਮ ਸਪੋਰਟ ਪ੍ਰਾਈਸ? declared by the government every year before the sowing season to provide incentives to the farmer for raising the production of these crops। तो ਜਿਹੜੀ MSP ਹੈਗੀ ਆ ਦੇਖੋ 24 ਫਸਲਾਂ ਵਾ ਜਿਹੜੀਆਂ ਆਪਣੀ ਕੰਟਰੀਜ਼ 'ਚ ਉਹਦੇ 'ਤੇ ਮਿਲਦੀ ਆ। ਅਤੇ ਗੌਰਮੈਂਟ ਕੀ ਕਰਦੀ ਆ ਹਰ ਸਾਲ ਜਦੋਂ ਬਿਜਾਈ ਦਾ ਸਮਾਂ ਆਉਂਦਾ ਉਸ ਤੋਂ ਪਹਿਲਾਂ ਹੀ ਕੁਛ ਫਸਲਾਂ ਦੇ ਮਿਨੀਮਮ ਸਪੋਰਟ ਪ੍ਰਾਈਜ਼ ਨੂੰ ਮੀਨਸ ਕਿ ਨਿਸ਼ਚਿਤ ਕਰ ਦਿੰਦੀ ਆ ਕਿ ਸਪੋਜ਼ ਇਨ ਕੇਸ ਕਰੋ ਕਿ ਜਿਹੜੇ ਵੀ ਵੀਟ ਉਗਾਉਣਗੇ ਤਾਂ ਜਦੋਂ ਉਹਨਾਂ ਦੀ ਫਸਲ ਕੱਟ ਕੇ ਤਿਆਰ ਹੋ ਕੇ ਮਾਰਕੀਟ 'ਚ ਆਏਗੀ ਤਾਂ ਜਿਹੜੀ ਗੌਰਮੈਂਟ ਆ ਉਹ ਉਹਨਾਂ ਤੋਂ ਕਿੰਨੇ ਰੁਪਏ 'ਤੇ ਖਰੀਦੂਗੀ, ਕਿੰਨੇ ਕੁਇੰਟਲ ਦੇ ਹਿਸਾਬ ਨਾਲ ਖਰੀਦੂਗੀ, ਠੀਕ ਹੈ। ਸਿਰਫ ਗੌਰਮੈਂਟ, ਕੋਈ ਹੋਰ ਨਹੀਂ। ਜਿਹੜੀ ਗੌਰਮੈਂਟ ਜਦੋਂ ਕਿਸੇ ਵੀ ਫਸਲ ਦਾ ਜਿਹੜਾ ਤੈਅ ਕਰ ਦਿੰਦੀ ਉਹਦੀ ਕੀਮਤ ਕੁਇੰਟਲਾਂ ਦੇ ਹਿਸਾਬ ਨਾਲ, ਉਹ ਉਹਦੇ ਬੀਜਣ ਦੇ ਟਾਈਮ ਤੋਂ ਪਹਿਲਾਂ ਹੀ ਕਰ ਦਿੰਦੀ ਆ। ਉਹਨੂੰ ਆਪਾਂ MSP ਕਹਿੰਦੇ ਆ ਜਦੋਂ ਗੌਰਮੈਂਟ ਉਸ ਫੂਡ ਗ੍ਰੇਨ ਨੂੰ ਬਾਏ ਕਰਦੀ ਆ, ਠੀਕ ਹੈ। ਤਾਂ ਗੌਰਮੈਂਟ ਉਸ ਫੂਡ ਗ੍ਰੇਨ ਨੂੰ ਬਾਏ ਕਰਕੇ ਕਿੱਥੇ ਰੱਖਦੀ ਆ? FCI ਦੇ ਵਿੱਚ। FCI ਮਤਲਬ FCI ਦੇ ਗੋਡਾਊਨ ਵਗੈਰਾ ਤੁਸੀਂ ਸੁਣੇ ਹੋਣੇ ਆ, ਠੀਕ ਹੈ। The buffer stock is created by the government to distribute food grain in the deficit areas। deficit areas ਮਤਲਬ ਕਿ ਹੁਣ ਦੇਖੋ ਗੌਰਮੈਂਟ ਨੇ ਖਰੀਦ ਲਏ ਉਹ ਫੂਡ ਗ੍ਰੇਨ ਐਂਡ ਤੇ ਜਦੋਂ ਫਸਲ ਪੱਕ ਕੇ ਆ ਗਈ ਉਸ MSP ਯਾਨੀ ਕਿ ਪ੍ਰਾਈਸ ਦੇ ਉੱਪਰ, ਠੀਕ ਹੈ। ਤੇ ਹੁਣ ਉਹਨਾਂ ਨੇ ਫੂਡ ਗ੍ਰੇਨ ਜਿਹੜਾ ਉਹ ਸਟਾਕ ਕਰਕੇ ਰੱਖ ਲਿਆ FCI ਦੇ ਵਿੱਚ। ਕਿਉਂ ਰੱਖਿਆ? ਡਿਸਟਰੀਬਿਊਟ ਫੂਡ ਗ੍ਰੇਨਸ ਅਮੰਗ ਦਾ ਡੈਫੀਸਿਟ ਏਰੀਆਜ਼, ਉਸ ਏਰੀਆ ਦੇ ਵਿੱਚ ਵੰਡਣ ਦੇ ਲਈ ਜਿੱਥੇ ਅੰਨ ਦੀ ਘਾਟ ਆ, ਠੀਕ ਹੈ। ਐਂਡ ਅਮੰਗ ਦਾ ਪੂਅਰਰ ਸੈਕਸ਼ਨ ਆਫ ਦਾ ਸੁਸਾਇਟੀ, ਤੇ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਦੇਣ ਦੀ ਐਟ ਅ ਲੋਅਰ ਪ੍ਰਾਈਸ ਦੈਨ ਦਾ ਮਾਰਕੀਟ ਪ੍ਰਾਈਸ। ਹੁਣ ਮਾਰਕੀਟ ਦੇ ਵਿੱਚ ਆਟਾ ਮੰਨ ਲਓ 25 ਰੁਪਏ ਕਿਲੋ ਆ, ਬਟ ਜਿਹੜੇ FCI ਜਿਹੜੀ ਗੌਰਮੈਂਟ ਜਿਹੜੀ ਹੈਗੀ ਆ ਜਿਹੜੇ ਲੋਕਾਂ ਨੂੰ ਫ੍ਰੀ ਆਫ ਕੋਸਟ ਮੀਨਸ ਕਿ ਪ੍ਰੋਵਾਈਡ ਕਰ ਫ੍ਰੀ ਆਫ ਕੋਸਟ ਨਹੀਂ ਪ੍ਰੋਵਾਈਡ ਕਰਦੀ। ਤੁਸੀਂ ਵੀ ਸੁਣਿਆ ਹੋਣਾ 2 ਰੁਪਏ ਕਿਲੋ ਆਟਾ ਦੇ ਰਹੀ ਆ, 3 ਰੁਪਏ ਕਿਲੋ ਚਾਵਲ ਦੇ ਰਹੀ ਆ, ਹੈ ਨਾ। ਸਕੀਮਾਂ ਸੁਣੀਆਂ ਹੋਣੀਆਂ ਵਾ ਰਾਸ਼ਨ ਕਾਰਡ 'ਤੇ। ਤਾਂ ਗੌਰਮੈਂਟ ਇਸੇ ਵਜ੍ਹਾ ਦੇ ਨਾਲ ਇਹ ਜਿਹੜਾ ਫੂਡ ਗ੍ਰੇਨਸ ਆ ਉਹਨਾਂ ਨੂੰ ਖਰੀਦ ਕੇ FCI ਦੇ ਵਿੱਚ ਸਟੋਕ ਕਰ ਲੈਂਦੀ ਆ। ਇੱਕ ਤਾਂ ਵੀਕਰ ਸੈਕਸ਼ਨ ਨੂੰ ਪ੍ਰੋਵਾਈਡ ਕਰਵਾਉਣ ਦੇ ਲਈ, ਹੋਰ ਕਾਹਦੇ ਲਈ ਦੱਸਿਆ ਸੀਗਾ? ਜਦੋਂ ਨੈਚੁਰਲ ਕਲੈਮਿਟੀਜ਼ ਦੀ ਸਿਚੁਏਸ਼ਨ ਆ ਜਾਵੇ ਉਦੋਂ, ਠੀਕ ਹੈ। ਤਾਂ ਇਹ ਜਿਹੜਾ ਪ੍ਰਾਈਜ਼ ਹੈਗਾ ਵਾ ਨਾ MSP ਜਿਹਨੂੰ ਆਪਾਂ ਬੋਲਦੇ ਹਾਂ ਮਿਨੀਮਮ ਸਪੋਰਟ ਪ੍ਰਾਈਸ, ਇਹਨੂੰ ਆਪਾਂ ਇਸ਼ੂ ਪ੍ਰਾਈਸ ਵੀ ਬੋਲਦੇ ਹਾਂ, ਠੀਕ ਹੈ। ਤਾਂ ਅਗਰ ਪੇਪਰ 'ਚ ਕੁਐਸਚਨ ਆਉਂਦਾ ਵਾ ਇਸ਼ੂ ਪ੍ਰਾਈਸ ਜਾਂ ਫਿਰ MSP, ਬੋਥ ਆਰ ਸੇਮ ਮੀਨਿੰਗ ਹੈ ਦੋਨਾਂ ਦਾ, ਠੀਕ ਹੈ। ਇੱਥੇ ਤੱਕ ਕਲੀਅਰ ਹੋ ਗਿਆ ਸਾਰਿਆਂ ਨੂੰ? ਬਫਰ ਸਟਾਕ ਕੀ ਹੁੰਦਾ, MSP ਕੀ ਹੁੰਦੀ, ਸਮਝ ਲੱਗ ਗਈ? फटाफट बच्चे जवाब दे दिया करो फिर आप आगे चलिए, ठीक है। तो यानी कि स्टॉक आप क्यों गवर्नमेंट करके रख लेंदी है? ताकि जो भी कोई ज़रूरत पवे नैचुरल कलैमिटीज़ के टाइम ते या फिर जेडे एरियाज़ दे विच फूड की अवेलेबिलिटी नहीं है, जेडे लोग नहीं मीनस कि खुद अफोर्ड कर सकते हैं, उन्होंने फ्री ऑफ कॉस्ट या फिर घट प्राइस से फूड ग्रेन्स प्रोवाइड किया जाए। तो चलो नैक्सट स्लाइड पर चलते हैं। नैक्सट इज़ PDS मतलब पब्लिक डिस्ट्रीब्यूशन सिस्टम। हुण PDS की हुंदा वा? द फूड प्रोक्यूर्ड बाय द FCI। हुण जिहड़ा FCI ने MSP ते मिनीमम सपोर्ट प्राइस ते गवर्नमेंट मिनीमम सपोर्ट प्राइस ते मीनस कि जिहड़े किसानां दे कोलों खरीद लिया सीगा हुण उन्हां ने स्टोर कर लिया, ठीक है। द फूड प्रोक्योर्ड बाय द FCI इज़ डिस्ट्रीब्यूटेड थ्रू द गवर्नमेंट रैगूलेटेड राशन शॉप्स। हुण राशन वालियां दुकानां सारिआं नूं पता होणीआं, ਉਹ ਜਿਹੜਾ ਫੂਡ ਆ ਉਹ ਜਿਹੜਾ ਰਾਸ਼ਨ ਗ੍ਰੇਨਸ ਆ ਕਿੱਥੇ ਪਹੁੰਚ ਜਾਂਦੀਆਂ? ਰਾਸ਼ਨ ਸ਼ੋਪਸ 'ਤੇ ਅਮੰਗ ਦਾ ਪੂਅਰਰ ਸੈਕਸ਼ਨ ਆਫ ਦਾ ਸੁਸਾਇਟੀ। ਫਿਰ ਜਿਹੜੇ ਗਰੀਬ ਲੋਕ ਹੁੰਦੇ ਆ ਜਿਹੜੇ ਮਾਰਕੀਟ ਪ੍ਰਾਈਸ 'ਤੇ ਚੀਜ਼ਾਂ ਨੂੰ ਨਹੀਂ ਖਰੀਦ ਸਕਦੇ ਆ, ਉਹ ਰਾਸ਼ਨ ਕਾਰਡ ਆਪਣਾ ਲੈ ਕੇ ਜਾਂਦੇ ਆ ਔਰ ਉਹ ਦਿਖਾ ਕੇ ਫੂਡ ਗ੍ਰੇਨਸ ਲੈ ਲੈਂਦੇ ਨੇ, ਠੀਕ ਹੈ। ਦਿਸ ਇਜ਼ ਕਾਲਡ PDS। ਇਹਨੂੰ ਹੀ ਆਪਾਂ ਪਬਲਿਕ ਡਿਸਟਰੀਬਿਊਸ਼ਨ ਸਿਸਟਮ ਬੋਲਦੇ ਹਾਂ। ਪਬਲਿਕ ਮਤਲਬ ਲੋਕ, डिस्ट्रीब्यूशन मतलब वंडना, सिस्टम तो पता ही है सिस्टम। यानी कि हुण समझ लगा फूड सिक्योरिटी का बेसिक मेन मीनिंग ये आ, फूड सिक्योरिटी का जिहड़ा आधार आ वो हैगा ही PDS है, ठीक है। पब्लिक डिस्ट्रीब्यूशन सिस्टम कि असी फूड नूं सिक्योर करके रख लैंदे आ। सरप्लस फूड जिहड़ा साडी कंट्री च प्रोड्यूस हुंदा वा ओनू असी
ਸਿਕਿਉਰ ਕਰਕੇ ਰੱਖ ਲੈਂਦੇ ਆ ਕਾਹਦੇ ਲਈ? ਇੱਕ ਤਾਂ ਗਰੀਬ ਲੋਕਾਂ ਨੂੰ ਦੇਣ ਦੇ ਲਈ, ਠੀਕ ਹੈ, ਉਹਨਾਂ 'ਚ ਵੰਡਣ ਦੇ ਲਈ ਰਾਸ਼ਨ ਦੇ ਥਰੂ। ਸੈਕਿੰਡ, ਜਾਂ ਨੈਚੁਰਲ ਕਲੈਮਿਟੀਜ਼ ਆ ਜਾਵੇ, ਕੋਈ ਇੱਦਾਂ ਦੀ ਸਿਚੁਏਸ਼ਨ ਆ ਜਾਵੇ, ਠੀਕ ਹੈ, ਸੋਕੇ ਦੀ ਸਿਚੁਏਸ਼ਨ ਆ ਜਾਵੇ, ਉਹੋ ਜਿਹੀਆਂ ਸਿਚੁਏਸ਼ਨਸ ਨੂੰ ਸਾਹਮਣਾ ਕਰਨ ਦੇ ਲਈ ਜਦੋਂ ਖਾਣੇ ਦੀ ਕਮੀ ਹੋ ਸਕਦੀ ਆ ਤਾਂ ਅਸੀਂ ਫੂਡ ਨੂੰ ਸਿਕਿਉਰ ਕਰਕੇ ਰੱਖਦੇ ਹਾਂ। ਸਮਝ ਲੱਗੀ ਹੁਣ ਮੇਨ ਮੋਟਿਵ? ਨੈਕਸਟ ਆ ਜਾਓ, 4.6 ਲੱਖ, ਠੀਕ ਹੈ, ਰਾਸ਼ਨ ਸ਼ੋਪਸ ਜਿਹੜੀਆਂ ਵਾ ਪੂਰੀ ਕੰਟਰੀ ਦੇ ਵਿੱਚ ਆਪਣੇ ਹੈਗੀਆਂ ਵਾ 4.6 ਲੱਖ। ਤਾਂ ਆਪਾਂ ਇਹਨਾਂ ਨੂੰ ਰਾਸ਼ਨ ਸ਼ੋਪਸ ਨੂੰ ਆਪਾਂ ਫੇਅਰ ਪ੍ਰਾਈਸ ਸ਼ੋਪਸ ਵੀ ਬੋਲਦੇ ਹਾਂ, ਠੀਕ ਹੈ। ਹੋਰ ਇਹਨਾਂ ਦੇ ਵਿੱਚ ਸਾਨੂੰ ਫੂਡ ਗ੍ਰੇਨਸ ਕਿਹੜੇ ਕਿਹੜੇ ਅਵੇਲੇਬਲ ਹੁੰਦੇ ਨੇ, ਠੀਕ ਹੈ, ਸ਼ੂਗਰ ਹੁੰਦੀਆਂ ਵਾ, ਫੂਡ ਗ੍ਰੇਨਸ ਇਹਦੇ ਵਿੱਚ ਆ ਜਾਂਦੀ ਆ ਵੀਟ, ਰਾਈਸ, ਦਾਲਾਂ, ਠੀਕ ਹੈ, ਪਤਾ ਹੀ ਹੋਣਾ ਤੁਹਾਨੂੰ ਸਾਰਿਆਂ ਨੂੰ। ਕੈਰੋਸਿਨ ਆਇਲ ਮਿਲ ਜਾਂਦਾ, ਕੁਕਿੰਗ ਆਇਲ ਮਿਲ ਜਾਂਦਾ ਵਾ, ਠੀਕ ਹੈ, ਉਹ ਸਾਰਾ ਕੁਛ ਡੀਪੂ ਤੋਂ ਮਿਲ ਜਾਂਦਾ, ਆਪਾਂ ਇਹਨੂੰ ਰਾਸ਼ਨ ਦਾ ਡੀਪੂ ਵੀ ਬੋਲਦੇ ਹਾਂ, ਠੀਕ ਹੈ। ਹੁਣ ਕਿਹਨਾਂ ਕਿਹਨਾਂ ਨੂੰ ਮਿਲਦਾ ਵਾ? ਐਨੀ ਫੈਮਿਲੀ ਵਿਦ ਅ ਰਾਸ਼ਨ ਕਾਰਡ, ਯਾਨੀ ਕਿ ਅਗਰ ਕਿਸੇ ਵੀ ਫੈਮਿਲੀ ਨੂੰ ਰਾਸ਼ਨ ਵਾਲੀ ਸ਼ੋਪ ਤੋਂ, ਫੇਅਰ ਪ੍ਰਾਈਸ ਸ਼ੋਪ ਤੋਂ ਘੱਟ ਪੈਸਿਆਂ ਤੇ ਫੂਡ ਚਾਹੀਦਾ ਵਾ, ਗ੍ਰੇਨਸ ਚਾਹੀਦੀਆਂ ਨੇ, ਤਾਂ ਸਭ ਤੋਂ ਪਹਿਲਾਂ ਉਹਨਾਂ ਕੋਲ ਰਾਸ਼ਨ ਕਾਰਡ ਹੋਣਾ ਚਾਹੀਦਾ ਵਾ। ਰਾਸ਼ਨ ਕਾਰਡ ਕਿਉਂ ਬਣਾਉਂਦੇ ਆ? ਇਹ ਇੱਕ ਤਰ੍ਹਾਂ ਦੀ ਆਇਡੈਂਟੀਟੀ ਹੁੰਦੀ ਆ ਕਿ ਹਾਂ ਇਹ ਜਿਹੜਾ ਫੈਮਿਲੀ ਆ, ਇਹ ਜਿਹੜਾ ਇਨਸਾਨ ਆ, ਹੀ ਔਰ ਸ਼ੀ ਕੈਨ ਨਾਟ ਅਫੋਰਡ ਦਾ ਫੂਡ, ਇਹਨਾਂ ਨੂੰ ਲੋੜ ਹੈ, ਤੋ ਜਾਂ ਫਿਰ ਉਹ APL ਜਾਂ BPL ਫੈਮਿਲੀ ਦੇ ਅੰਡਰ ਆਉਂਦੇ ਆ, ਠੀਕ ਹੈ। ਤੇ ਫਿਰ ਉਹਨਾਂ ਨੂੰ ਮੀਨਸ ਕਿ ਉਹ ਰਾਸ਼ਨ ਕਾਰਡ ਦਿਖਾ ਕੇ ਉਹਦੇ ਉੱਤੇ ਖਾਣਾ ਜਾਂ ਰਾਸ਼ਨ ਉਹ ਮਿਲਦਾ ਵਾ। ਤਾਂ ਹੁਣ ਜਿਹੜੇ ਅੱਗੋਂ ਰਾਸ਼ਨ ਹੁੰਦੇ ਨੇ, ਰਾਸ਼ਨ ਕਾਰਡ ਇਹ ਵੀ ਅੱਗੋਂ 3 ਤਰ੍ਹਾਂ ਦੇ ਹੁੰਦੇ ਨੇ। ਇੱਕ ਹੈਗਾ ਅੰਤਯੋਦਿਆ ਕਾਰਡਸ, ਠੀਕ ਹੈ, ਜੇ ਤੁਹਾਨੂੰ ਪਿਛਲੀ ਕਲਾਸ ਯਾਦ ਹੋਵੇ ਤਾਂ ਆਪਾਂ ਅੰਤਯੋਦਿਆ ਅਨ ਯੋਜਨਾ ਵੀ ਪੜ੍ਹੀ ਸੀਗੀ, ਠੀਕ ਹੈ, ਉਹਦੇ ਅੰਡਰ ਹੀ ਇਹ ਬਣੇ ਸੀ। ਇੱਕ ਹੁੰਦੇ BPL ਮੈਂ ਤੁਹਾਨੂੰ ਦੱਸਿਆ ਸੀਗਾ ਬਿਲੋ ਪੋਵਰਟੀ ਲਾਈਨ, ਠੀਕ ਹੈ। ਤੋ ਇਹਦਾ ਮੀਨਿੰਗ ਵੀ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਕਲੀਅਰ ਹੋਵੇ। BPL ਦਾ BPL ਕਿਹੜੀ ਫੈਮਲੀਜ਼ ਹੁੰਦੀ, ਕਿਹੜੇ ਲੋਕ BPL ਫੈਮਲੀ ਦੇ ਅੰਡਰ ਆਉਂਦੇ। ਤਾਂ BPL ਕਾਰਡ ਹੁੰਦੇ ਕਿ APL ਕਾਰਡ ਹੁੰਦੇ ਆ। APL ਦਾ ਮਤਲਬ ਹੁੰਦਾ, BPL ਮਤਲਬ ਬਿਲੋ ਪੋਵਰਟੀ ਲਾਈਨ, APL ਮਤਲਬ ਅਬਵ ਪੋਵਰਟੀ ਲਾਈਨ, ਯਾਨੀ ਕਿ ਜਿਹੜੇ ਥੋੜੇ ਜਿਹੇ BPL ਫੈਮਲੀਜ਼ ਨਾਲੋਂ ਬੈਟਰ ਹੁੰਦੇ ਆ, ਠੀਕ ਹੈ। ਤਾਂ ਹੁਣ ਅੰਤਯੋਦਿਆ ਕਾਰਡਸ ਕਿਹੜੇ ਲੋਕਾਂ ਕੋਲ ਹੁੰਦੇ ਆ? ਪੂਅਰੈਸਟ ਆਫ ਦਾ ਪੂਅਰ ਪੀਪਲ, ਮਤਲਬ ਬਹੁਤ ਹੀ ਜ਼ਿਆਦਾ ਗਰੀਬ ਲੋਕ, ਜਿਹੜੇ ਲਾਈਕ ਤੁਸੀਂ ਦੇਖਦੇ ਹੋ ਸੜਕਾਂ ਤੇ ਭੀਖ ਮੰਗ ਰਹੇ ਆ, ਫੁੱਟਪਾਥ ਤੇ ਸੋ ਰਹੇ ਆ, ਹਨਾ, ਉਹ ਹੋ ਗਏ ਪੂਅਰੈਸਟ ਆਫ ਦਾ ਪੂਅਰਰ ਫੈਮਲੀਜ਼, ਠੀਕ ਹੈ। BPL ਫੈਮਲੀਜ਼ ਮੈਂ ਤੁਹਾਨੂੰ ਦੱਸਿਆ ਹੀ ਸੀਗਾ, ਜਿਹੜੇ ਬਿਲੋ ਪੋਵਰਟੀ ਲਾਈਨ ਰਹਿੰਦੇ ਆ, ਜਿਨ੍ਹਾਂ ਕੋਲ ਕੁਛ ਮੀਨਸ ਕਿ ਆਪਾਂ ਕੈਲੋਰੀਜ਼ ਫਿਕਸ ਕਰ ਦਿੱਤੀਆਂ, ਜਿਨ੍ਹਾਂ ਕੋਲ 2100 ਕੈਲੋਰੀਜ਼ ਤੇ ਪਰ ਡੇ ਖਾਣਾ ਨਹੀਂ ਮਿਲ ਰਿਹਾ, ਜਾਂ ਫਿਰ ਪਿੰਡਾਂ ਦੇ ਵਿੱਚ 875 ਰੁਪਏ ਹਰੇਕ ਮਹੀਨਾ ਕਮਾ ਰਹੇ ਆ ਤੇ ਸ਼ਹਿਰਾਂ ਦੇ ਵਿੱਚ 1000 ਰੁਪਇਆ, ਤੋਂ BPL ਦੇ ਅੰਡਰ ਆ ਰਹੇ ਸੀਗੇ ਨਾ। APL ਫੈਮਲੀਜ਼ ਜਿਹੜੇ ਇਸ ਤੋਂ ਵੱਧ, ਠੀਕ ਹੈ, 855 ਪਿੰਡਾਂ ਦੇ ਵਿੱਚ 875 ਤੋਂ ਵੱਧ ਕਮਾ ਰਹੇ ਤੇ ਸ਼ਹਿਰਾਂ 'ਚ 1000 ਤੋਂ ਵੱਧ ਕਮਾ ਰਹੇ ਆ, ਠੀਕ ਆ, ਉਹ APL ਫੈਮਲੀਜ਼ ਆ ਜਾਂਦੀਆਂ ਵਾ। ਤੋ ਜਿਨ੍ਹਾਂ ਕੋਲ ਇਹ ਰਾਸ਼ਨ ਕਾਰਡ ਹੁੰਦੇ ਨੇ, ਰਾਸ਼ਨ ਡਿਪੂ ਤੋਂ ਸਿਰਫ ਔਰ ਸਿਰਫ ਉਹਨਾਂ ਨੂੰ ਹੀ ਫੂਡ ਮਿਲਦਾ ਹੈ, ਫੂਡ ਗ੍ਰੇਨਸ ਮਿਲਦੀਆਂ ਨੇ, ਠੀਕ ਹੈ। ਤੋ ਇੱਕ ਹੋਰ ਪੁਆਇੰਟ ਟੂ ਰਿਮੈਂਬਰ ਕੀ ਹੈ ਕਿ ਰਾਸ਼ਨਿੰਗ ਸਿਸਟਮ ਆ, ਇਹ ਕਦੋਂ ਸ਼ੁਰੂ ਹੋਇਆ ਸੀਗਾ? ਇਹ 1943 'ਚ, ਜਦੋਂ ਬੰਗਾਲ ਦੇ ਵਿੱਚ ਮੀਨਸ ਕਿ ਉਹ ਆ ਗਏ ਸੀਗੇ, ਭੁੱਖਮਰੀ ਫੈਲ ਗਈ ਸੀ, ਉਸ ਟਾਈਮ ਤੇ ਇਹ ਰਾਸ਼ਨਿੰਗ ਸਿਸਟਮ ਸ਼ੁਰੂ ਹੋਇਆ ਸੀ। ਹੁਣ ਇੱਥੇ ਤੱਕ ਕਲੀਅਰ ਹੋ ਗਿਆ ਸਾਰਿਆਂ ਨੂੰ? ਦੱਸੋ।